जुगो जुग अटल। श्री गुरु ग्रंथ साहब जी की पावन हजूरी विच विराजमान परम पूजनीक बाबा जी, मंच ते विराजमान संत समाज, गुरु रूप साध संगत, वाहिगुरु जी का खालसा, वाहिगुरु जी की फतेह। अज असी उस महान शख्सियत की याद दे विच इत्थे एकत्रित होए हाँ, जिहड़ी केवल बाबा जतिंदरपाल सिंह सोढ़ी साहब भैन रमिंदर दी माँ नहीं सी, वो बंदई संप्रदा दी माँ सी। अज असी देख रहे हाँ कि रोकण दे बावजूद भी, क्योंकि कोरोना काल चल रहा है, फिर भी संगतां हुम हुमा के उस माँ नूं अपने श्रद्धा दे फुल भेंट करने वास्ते एकत्रित होईयां। इस मौके ते रोहतक दा साधु समाज ते हरियाणा सिख गुरुद्वारा प्रबंधक कमेटी के प्रधान जथेदार बलजीत सिंह जी दादूवाल ते होर शख्सियतां अज इत्थे पुजियां हैं। मैं इन्हां सारियां महापुरुषां नूं संगत वल्लों जी आयां नूं आखदा हां, इन्हां दा स्वागत करदा हाँ, खैर मकदम करदा। इस तो पहला कि मैं माता जी दे बारे दो शब्द आप जी नाल साझे करां, मैं ये दस दियां कि जथेदार दादूवाल इस वेले हरियाणा सिख गुरुद्वारा प्रबंधक कमेटी दी दे प्रधान दी सेवा निभा रहे हैं। इस मौके का लाहा लैंदियां होइयां मैं उन्होंने ये बेनती करना चाहांगा कि उस अकाल पुरख वाहिगुरु ने आप जी ते बड़ी बख्शिश की है। आप जी नूं ये सेवा सौंपी गई है 1925 दे विच जदों शिरोमणी गुरुद्वारा प्रबंधक कमेटी बनी, उस वेले पंजाब हरियाणा सारा इलाका इको हुंदा सी। पर जदों हरियाणा पंजाब तो अलग होया तो हरियाणा दे विच जिहड़े इतिहासिक अस्थान सन, उन्हां स्थानां वल श्रोमणी गुरुद्वारा प्रबंधक कमेटी ने कोई विशेष ध्यान न दिता ते वो इतिहासिक स्थान अज खंडहर होए पे हैं। दादूवाल जी नूं इन्नी वड्डी जिम्मेवारी मिली है, मैं उन्हां दे चरणों 'च बेनती करना चाहांगा कि हरियाणा दे जिहड़े भी इतिहासिक स्थान हैं, जिवें कि मैं अगर लोहगढ़ की गल करां, लोहगढ़ जिसनूं बाबा बंदा सिंह बहादुर ने खालसा तख्त का नाम दिता, वो लोहगढ़ जिहड़ी सिख राज की राजधानी बनी, ये कोई छोटी गल नहीं। बाबा बंदा सिंह बहादुर ने गुरु गोबिंद सिंह महाराज की असीसां दे नाल मुगलों तो जित प्राप्त करके लोहगढ़ नूं अपनी राजधानी बनाया। जिहड़ी सिख राज की पहली राजधानी होवे तो उत्थे जाइए तो सानू खंडहर नज़र आन, मैं समझना कि एक सिख कौम का दुर्भाग्य है। हरियाणा के मुख्य मंत्री भाई मनोहर लाल जी खट्टर
ਜਦੋਂ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਦੀ ਕਮਾਨ ਸੰਭਾਲੀ ਤਾਂ ਉਹਨਾਂ ਦੇ ਮਨ ਦਾ ਪਹਿਲਾ ਵਲਵਲਾ ਇਹੀ ਸੀ ਕਿ ਲੋਹਗੜ੍ਹ ਕਿੱਥੇ ਹੈ। ਨੈੱਟ ਖੋਲ੍ਹੇ ਗਏ, ਉਹਨਾਂ ਦੇ ਅਫਸਰਾਂ ਨੇ ਨੈੱਟ ਖੋਲ੍ਹੇ ਤੇ ਕਈ ਜਗ੍ਹਾ 'ਤੇ ਲੋਹਗੜ੍ਹ ਦਰਸਾਇਆ ਗਿਆ। ਪਰ ਉਹ ਲੋਹਗੜ੍ਹ ਜਿਹੜੀ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਸੀ, ਉਹ ਹਰਿਆਣਾ ਦੇ ਵਿੱਚ ਜ਼ਿਲ੍ਹਾ ਯਮੁਨਾ ਨਗਰ ਦੇ ਵਿੱਚ ਤਹਿਸੀਲ ਬਿਲਾਸਪੁਰ ਦੇ ਵਿੱਚ ਉਹ ਲੋਹਗੜ੍ਹ ਪੈਂਦਾ। ਮੁੱਖ ਮੰਤਰੀ ਸਾਹਿਬ ਨੇ ਉਧਰ ਧਿਆਨ ਦਿੱਤਾ। ਲੋਹਗੜ੍ਹ ਨੂੰ ਡਿਵੈਲਪ ਕਰਨ ਦਾ ਇੱਕ ਸੁਪਨਾ ਲਿਆ ਤੇ ਮੈਂ ਸਮਝਣਾ ਜਥੇਦਾਰ ਦਾਦੂਵਾਲ ਜੀ, ਇਹ ਜ਼ਿੰਮੇਵਾਰੀ ਹੁਣ ਤੁਹਾਡੇ ਤੇ ਆ ਪਈ ਹੈ ਕਿ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਨੂੰ ਦੁਨੀਆ ਦੇ ਨਕਸ਼ੇ ਤੇ ਅੱਜ ਕਿਵੇਂ ਲੈ ਕੇ ਆਉਣਾ। ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਲਾਉਂਦਾ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੰਪਰਦਾ, ਪਰਮ ਪੂਜਨੀਕ ਬਾਬਾ ਜੀ ਬਾਬਾ ਜਤਿੰਦਰਪਾਲ ਸਿੰਘ ਜੀ ਸੋਢੀ ਸਾਹਿਬ, ਇਹਨਾਂ ਦੀ ਜ਼ੇਰੇ ਕਿਆਦਤ ਆਪ ਜੀ ਦੇ ਨਾਲ ਹੈ। ਮੁੱਖ ਮੰਤਰੀ ਸਾਹਿਬ ਨੇ ਇੱਕ ਫਾਊਂਡੇਸ਼ਨ ਵੀ ਬਣਾਈ ਹੈ, ਬਾਬਾ ਬੰਦਾ ਸਿੰਘ ਬਹਾਦਰ ਲੋਹਗੜ੍ਹ ਫਾਊਂਡੇਸ਼ਨ, ਉਸ ਦੀ ਡਿਵੈਲਪਮੈਂਟ ਦੇ ਵਾਸਤੇ। ਆਓ ਅਸੀਂ ਰਲ ਕੇ ਇਸ ਕੰਮ ਨੂੰ ਪੂਰਾ ਕਰਨ ਦਾ ਅੱਜ ਸੰਕਲਪ ਲਈਏ। ਮਾਨਯੋਗ ਮੁੱਖ ਮੰਤਰੀ ਯਾਨੀ ਹਰਿਆਣਾ ਸਰਕਾਰ ਨੇ ਜਿਹੜਾ ਕੰਮ ਕਰਨਾ ਸੀ, ਉੱਥੇ ਸੜਕ ਬਣਾਉਣੀ ਸੀ, ਸੜਕ ਬਣ ਗਈ। ਜਿਹੜਾ ਸੋਮ ਨਦੀ ਨਾਂ ਦਾ ਉੱਥੇ ਨਾਲਾ ਵਹਿੰਦਾ ਹੈ, ਉਸ ਦੇ ਉੱਪਰ ਪੁਲ ਬਣਾ ਦਿੱਤਾ। ਹੋਰ ਸੁਪਨੇ ਵੀ ਹਨ, ਪਰ ਉਸ ਦੇ ਵਿੱਚ ਰੌਣਕਾਂ ਲਿਆਉਣ ਦਾ ਕੰਮ ਜਥੇਦਾਰ ਜੀ ਸਾਡਾ ਸਾਰਿਆਂ ਦਾ। ਅਸੀਂ ਰਲ ਕੇ, ਜਿਵੇਂ ਕਹਿੰਦੇ ਆ ਨਾ ਕਿ ਚੌਥਾ ਵੱਟ ਕੇ ਅਸੀਂ ਇਸ ਕੰਮ ਦੇ ਪਿੱਛੇ ਪਈਏ ਤੇ ਲੋਹਗੜ੍ਹ ਨੂੰ ਅੱਜ ਦੁਨੀਆ ਦੇ ਨਕਸ਼ੇ ਦੇ ਉੱਪਰ ਇਤਨਾ ਸ਼ੋਭਾਇਮਾਨ ਕਰੀਏ ਕਿ ਹਰ ਸਿੱਖ ਆਪਣਾ ਇਹ ਫਰਜ਼ ਸਮਝੇ ਕਿ ਮੈਂ ਆਪਣੇ ਜੀਵਨ ਕਾਲ ਦੇ ਵਿੱਚ ਇੱਕ ਵਾਰੀ ਉਸ ਮਿੱਟੀ ਨੂੰ ਆਪਣੇ ਮਸਤਕ ਤੇ ਜ਼ਰੂਰ ਲਾਉਣਾ। ਸਾਧ ਸੰਗਤ, ਇਸ ਤੋਂ ਇਲਾਵਾ ਵੀ ਸਿੱਖਾਂ ਦੇ ਇਤਿਹਾਸਿਕ ਸਥਾਨ ਹਰਿਆਣਾ ਦੇ ਵਿੱਚ ਖੰਡਹਰ ਹੋਏ ਪਏ ਹਨ। ਸਾਡਾ ਇਹ ਫਰਜ਼ ਬਣਦਾ ਹੈ ਜਥੇਦਾਰ ਜੀ ਕਿ ਅਸੀਂ ਉਹਨਾਂ ਸਥਾਨਾਂ ਨੂੰ ਜਿੱਥੇ ਗੁਰੂ ਸਾਹਿਬਾਂ ਦੇ ਚਰਨ ਪਏ ਹਨ, ਜਿੱਥੇ ਉਹਨਾਂ ਨੇ ਆਪਣੇ ਜੀਵਨ ਦੇ ਕਈ ਚੋਜ ਕੀਤੇ ਹਨ, ਉਹਨਾਂ ਸਥਾਨਾਂ ਨੂੰ ਵੀ ਅਸੀਂ ਡਿਵੈਲਪ ਕਰਨ ਦਾ ਪ੍ਰਣ ਲਈਏ। ਇਹ ਸਾਡਾ ਇਖਲਾਕੀ ਫਰਜ਼ ਹੈ। ਜੇ ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਾਂ ਤਾਂ ਉਹਨਾਂ ਸਥਾਨਾਂ ਦੀ ਧੂੜ ਪਹਿਲੇ ਆਪਣੇ ਮਸਤਕ ਤੇ ਲਾ ਕੇ ਇਹ ਸੰਕਲਪ ਲਈਏ ਕਿ ਉਹਨਾਂ ਸਥਾਨਾਂ ਨੂੰ ਅਸੀਂ ਅੱਜ ਡਿਵੈਲਪ ਕਰਨਾ। ਮੈਂ ਇੰਨੀ ਬੇਨਤੀਆਂ ਕਰਦਾ ਹੋਇਆ ਉਸ ਮਾਂ ਦੀ ਗੱਲ ਕਰਨਾ ਚਾਹਾਂਗਾ ਜਿਸ ਮਾਂ ਦੀ ਯਾਦ ਦੇ ਵਿੱਚ ਅੱਜ ਅਸੀਂ ਇੱਥੇ ਇਕੱਤਰ ਹੋਏ। ਮਾਤਾ ਸੁਖਬੀਰ ਕੌਰ ਦੇ ਨਾਂ ਨਾਲ ਅਸੀਂ ਉਹਨਾਂ ਨੂੰ ਜਾਣਦੇ ਹਾਂ। ਸਾਧ ਸੰਗਤ, ਵਿਚਾਰਨ ਦੀ ਗੱਲ ਹੈ ਕਿ ਮਾਤਾ ਦਾ ਜਨਮ ਕਿੱਥੇ ਤੇ ਕਿਸ ਘਰ ਦੇ ਵਿੱਚ ਹੋਇਆ। ਅਸੀਂ ਸੰਸਾਰੀ ਜੀਵ, ਜੋ ਵੀ ਜੀਵ ਆਤਮਾ ਇਸ ਦੁਨੀਆ 'ਚ ਆਉਂਦੀ ਹੈ, ਉਹ ਆਪਣੇ ਆਪ ਚੋਣ ਨਹੀਂ ਕਰ ਸਕਦੀ ਕਿ ਮੇਰਾ ਮਾਤਾ ਪਿਤਾ ਕੌਣ ਹੋਏਗਾ, ਮੇਰਾ ਘਰ-ਬਾਰ ਕਿਹੜਾ ਹੋਏਗਾ। ਉਹ ਇਹ ਚੋਣ ਨਹੀਂ ਕਰ ਸਕਦੀ। ਇਹ ਚੋਣ ਉਹ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ ਜੀਵ ਦੀ ਪ੍ਰਾਰਬਧ ਦੇ ਅਨੁਸਾਰ। ਪਹਿਲੇ ਬਣੀ ਪ੍ਰਾਰਬਧ, ਪਾਛੇ ਬਣਾ ਸਰੀਰ। ਉਸ ਪ੍ਰਾਰਬਧ ਦੇ ਅਨੁਸਾਰ ਮਾਤਾ ਪਿਤਾ ਕੌਣ ਹੋਣਗੇ, ਇਹ ਅਕਾਲ ਪੁਰਖ ਵਾਹਿਗੁਰੂ ਡਿਸਾਈਡ ਕਰਦਾ ਹੈ।
ਗੁਰੂ ਨਾਨਕ ਸਾਹਿਬ ਦੀ 14ਵੀਂ ਅੰਸ਼ ਵਿਚਾਰਨ ਦੀ ਗੱਲ ਹੈ ਸਾਧ ਸੰਗਤ। ਗੁਰੂ ਨਾਨਕ ਸਾਹਿਬ ਦੀ 14ਵੀਂ ਅੰਸ਼, ਜਿਨ੍ਹਾਂ ਦਾ ਨਾਮ ਹੀ ਸੀ ਬਾਬਾ ਸਰਦੂਲ ਸਿੰਘ, ਜਿਹੜੇ ਕਿ ਪਾਕਿਸਤਾਨ ਦੇ ਵਿੱਚ ਕੋਟਲੀ ਬਾਬਾ ਫਰੀਦ ਉੱਥੇ ਰਹਿੰਦੇ ਸਨ। ਉੱਥੇ ਹੀ 1927 ਦੇ ਵਿੱਚ ਮਾਤਾ ਵੀਰਾਂ ਬਾਈ ਦੀ ਕੁੱਖੋਂ ਇੱਕ ਬੱਚੀ ਦਾ ਜਨਮ ਹੋਇਆ, ਜਿਸ ਦਾ ਨਾਮ ਬੜੇ ਪਿਆਰ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਵਾਕ ਲੈ ਕੇ ਸੱਸੇ ਅੱਖਰ ਤੇ ਸੁਖਬੀਰ ਉਸ ਦਾ ਨਾਂ ਰੱਖਿਆ ਗਿਆ। ਭੈਣਾਂ ਭਰਾਵਾਂ ਚੋਂ ਸਭ ਤੋਂ ਵੱਡੀ ਸੀ। ਅੱਜ ਮਾਤਾ ਸਾਹਿਬ ਦੇ ਭਾਈ ਸਾਹਿਬ ਵੀ ਬਾਬਾ ਬਲਬੀਰ ਸਿੰਘ ਜੀ, ਉਹ ਵੀ ਜੰਮੂ ਤੋਂ ਉਚੇਚੇ ਤੌਰ 'ਤੇ ਇੱਥੇ ਪੁੱਜੇ ਹਨ। ਸਾਧ ਸੰਗਤ, ਜਦੋਂ ਇਹ ਸੁਖਬੀਰ ਬੱਚੀ ਵੱਡੀ ਹੋਣ ਲੱਗੀ, ਹਾਲਾਂਕਿ ਸਕੂਲੀ ਪੜ੍ਹਾਈ ਉਹਨਾਂ ਨੇ ਨਹੀਂ ਸੀ ਕੀਤੀ, ਪਰ ਜ਼ਿੰਦਗੀ ਦੀ ਪੜ੍ਹਾਈ ਮਾਤਾ ਦੀ ਗੋਦ ਦੇ ਵਿੱਚੋਂ ਹੀ ਸਿੱਖਣੀ ਸ਼ੁਰੂ ਕੀਤੀ, ਕਿਉਂਕਿ ਬਾਕੀ ਜਿਹੜੇ ਛੋਟੇ ਭੈਣ ਭਰਾ ਸਨ, ਉਹਨਾਂ ਨੂੰ ਪੜ੍ਹਾਉਣ ਲਿਖਾਉਣ ਦੇ ਵਿੱਚ ਸੁਖਬੀਰ ਕੌਰ ਦਾ ਬਹੁਤ ਵੱਡਾ ਯੋਗਦਾਨ ਸੀ। ਇਹ ਫਿਰ ਉਹੀ ਸਮਾਂ, ਉਹੀ ਜੀਵ ਦੇ ਭਾਗ ਕਿ ਮਾਤਾ ਸੁਖਬੀਰ ਕੌਰ, ਬੱਚੀ ਸੁਖਬੀਰ ਕੌਰ ਦਾ ਰਿਸ਼ਤਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੀ 9ਵੀਂ ਅੰਸ਼ ਦੇ ਨਾਲ। ਉਸ ਦਾ ਨਾਮ ਵੀ ਬਾਬਾ ਸਰਦੂਲ ਸਿੰਘ ਸੀ। ਪਿਤਾ ਦਾ ਨਾਮ ਵੀ ਬਾਬਾ ਸਰਦੂਲ ਸਿੰਘ ਸੀ, ਪਤੀ ਦਾ ਨਾਮ ਵੀ ਬਾਬਾ ਸਰਦੂਲ ਸਿੰਘ ਸੀ। 1942 ਦੇ ਵਿੱਚ ਮਾਤਾ ਸੁਖਬੀਰ ਕੌਰ ਦਾ ਵਿਆਹ ਬਾਬਾ ਸਰਦੂਲ ਸਿੰਘ ਦੇ ਨਾਲ ਹੋਇਆ। 15 ਸਾਲ ਦੀ ਉਮਰ ਸੀ। ਇੱਕ ਦਿਨ ਦਾਸ ਮਾਤਾ ਜੀ ਤੋਂ ਪੁੱਛ ਰਿਹਾ ਸੀ ਕਿ ਮਾਤਾ ਜੀ, ਤੁਹਾਡਾ ਵਿਆਹ ਕਿਵੇਂ ਹੋਇਆ ਸੀ? ਉਸ ਵੇਲੇ ਕਿਸ ਤਰ੍ਹਾਂ ਦਾ ਸਮਾਂ ਸੀ? ਮਾਤਾ ਜੀ ਨੇ ਦੱਸਿਆ ਕਿ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਮੇਰਾ ਰਿਸ਼ਤਾ ਬੰਦਾ ਸਿੰਘ ਬਹਾਦਰ ਦੇ ਅੰਸ਼ ਬੰਸ ਦੇ ਵਿੱਚ ਹੋਇਆ ਹੈ, ਕਹਿਣ ਲੱਗੇ ਕਿ ਮੈਂ 3 ਦਿਨ ਵਾਸਤੇ ਰੁੱਸ ਕੇ ਆਪਣੇ ਘਰੋਂ ਚਲੀ ਗਈ। ਸਤਸੰਗ ਤੇ ਵਿਚਾਰਨ ਦੀ ਗੱਲ ਹੈ। ਮੈਂ ਪੁੱਛਿਆ ਵੀ ਤੁਸੀਂ ਰੁੱਸੇ ਕਿਉਂ? ਤਾਂ ਉਹਨਾਂ ਦੇ ਮੂੰਹ ਵਿੱਚੋਂ ਸਹਿਜ ਸੁਭਾਅ ਇਹ ਗੱਲ ਨਿਕਲੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਸ਼ ਬੰਸ ਦੇ ਵਿੱਚ 9ਵੀਂ ਪੀੜ੍ਹੀ ਹੁਣ ਚੱਲ ਰਹੀ ਹੈ, ਪਰ ਇਹਨਾਂ ਬਾਬਿਆਂ ਦੀ ਉਮਰ ਜਿਹੜੀ ਹੈ ਉਹ ਬਹੁਤ ਘੱਟ ਹੈ। ਇਹ ਇਤਿਹਾਸ ਸਾਖੀ ਹੈ। ਸਾਸੰਗ ਅਸੀਂ ਐਵਰੇਜ ਕੱਢੀਏ ਤਾਂ ਇੱਕ ਬਾਬੇ ਦੀ ਉਮਰ 30 ਤੋਂ 35 ਸਾਲ ਤੱਕ ਬਣਦੀ ਹੈ। ਉਹੀ ਹਾਲ ਹੋਇਆ ਸਤਸੰਗ। 42 ਦੇ ਵਿੱਚ ਸ਼ਾਦੀ ਹੋਈ ਹੈ। 44 ਦੇ ਵਿੱਚ ਉਹਨਾਂ ਦੀ ਕੁੱਖੋਂ ਕਾਕਾ ਜਤਿੰਦਰਪਾਲ ਨੇ ਜਨਮ ਲਿਆ ਹੈ। 47 ਦੇ ਵਿੱਚ ਬੇਟੀ ਰਮਿੰਦਰ ਉਹਨਾਂ ਦੇ ਘਰ ਆਈ ਹੈ ਤੇ 48 ਦੇ ਵਿੱਚ ਪਤੀ ਨੇ ਝੋਲਾ ਛੱਡ ਦਿੱਤਾ। 42 ਤੇ 48 ਕੇਵਲ 6 ਸਾਲ ਮਾਤਾ ਨੇ ਇੱਕ ਸੁਹਾਗਣ ਦੇ ਰੂਪ ਦੇ ਵਿੱਚ ਜੀਵਨ ਜੀਆ, ਜਿਸ ਦਾ ਅੰਦੇਸ਼ਾ ਉਹਨਾਂ ਨੂੰ ਪਹਿਲੇ ਤੋਂ ਸੀ। ਸਤਸੰਗਤ, ਉਹਨਾਂ ਰੂਹਾਂ ਦੇ ਬਾਰੇ ਸੋਚੋ, ਉਹਨਾਂ ਪਵਿੱਤਰ ਰੂਹਾਂ ਦੇ ਬਾਰੇ ਵਿਚਾਰ ਕਰੋ, ਜਿਨ੍ਹਾਂ ਦੇ ਮਨ ਦੇ ਵਿੱਚ ਇਹ ਵਿਚਾਰ, ਇਹ ਖਿਆਲ ਪਹਿਲੇ ਹੀ ਆ ਗਏ ਕਿ ਵਿਵਾਹਿਕ ਜੀਵਨ
बहुत छोटा वो सिद्ध होया। हुण माता दे सामने पहले तो एक जिम्मेवारी सी कि काका जतिंदर नूं पालना पोसना, दूजी जिम्मेवारी आई बिटिया रमिंदर नूं पालना पोसना। 47 दे विच विभाजन हो गया तो एक नवी जिम्मेवारी आ गई कि जिहड़ी बंदई संप्रदा हिंदुस्तान के उस इलाके तो, मैं पाकिस्तान तो नहीं आखांगा क्योंकि पाकिस्तान बाद विच बनेगा, हिंदुस्तान के उस इलाके तो बंदई संप्रदा उजड़ के जदों इस इलाके दे विच आई तो सारिਆਂ ਨੂੰ रोजी रोटी की चिंता सी, बाल बच्चों की चिंता सी, अपने जीवन की चिंता सी। उस बिखड़े समय दे विच माता जोगिंदर कौर, भाई नारायण संत ते माता सुखवीर कौर तीनों ने रल के संगत नूं संभालिया, संगत नूं ढाढस दिता, संगत नूं रोजी रोटी दिती, उहदी अरदासां कीतियां ते अज संगत साध संगत प्रफुल्लित है। बाबा बंदा सिंह बहादुर जी आसीसां ने, धन धन श्री गुरु ग्रंथ साहब महाराज जी का आशीर्वाद है कि अज संगतां इस तरह प्रफुल्लित ने तो प्रफुल्लित रहणगे। 1964 दे विच संगतां दी सहूलियत नूं वेखदे होए, क्योंकि डेरा बाबा बंदा बहादुर रियासी जाना संगतां दे वास्ते बड़ा औखा सी। समा बिखड़ा सी, कोई सड़क नहीं सी, पैदल जाना पैंदा सी। संगतां दी मंग दे उपर हरियाणा दे रोहतक शहर दे विच, जिथे अज असीं बैठे हाँ, इस रोहतक शहर दे विच नवां डेरा उसारिया गया। DLF कलोनी दे विच जिथे अज असीं देखते हाँ टिकाणा बाबा बंदा सिंह बहादुर, उस स्थान दे उपर 1964 दे विच माता जी दे प्रयासां दे नाल वो डेरा बनिया। 1966 दे विच काका जतिंदर पाल बाबा जतिंदर पाल सिंह बनिया, अर्थात इन्हां दी गद्दी नशीनी दी रस्म अदा हुई। ये सारे काम मां दे रूप विच भी कर रही सी ते पिता दे रूप से भी कर रही सी, संगतां दे संरक्षक रूप दे विच भी कोई सारे कार्य कर रही सी। साध संगत, हुण बाबा जतिंदर पाल सिंह जी जवान हो चुके सन। माता जी नूं ये एहसास होया कि हुण जिम्मेवारियां काके ते छड़ दित्तियां जाण ते माता जी आप सेवा ते सिमरन दे विच लगे रहे। गुरु ग्रंथ साहब महाराज दे अंदर, बाणी दे अंदर माता खीवी का जिक्र आया है। वाहिद एक माता जिस दा जिक्र गुरबाणी दे विच आया वो है माता खीवी। उन्हां दी विशेषता यही सी कि वो लंगर दी सेवा हुम हमा के करते सन। खीर घियाली शब्द आया है भी जदों खीर वंडते सन तो उहदे विच भी घिओ पा देंदे सन ताकि संगतां दे विच जदों वरताया जाए तो संगतां दे मन भी उत्साहित भी हो जान, प्रफुल्लित भी हो जाए। उसी तरह का किरदार माता सुखबीर कौर ने निभाया। संगतां ने देखा होना है कि अपने आसन के उपर बैठे नाल ही लंगर की बाल्टियां पईयां होंदियां सन। संगत चाहे 10 होवे चाहे 100 होवे, कदे लंगर मस्ताना नहीं होया।
ਲੰਗਰ ਦੇ ਵਿੱਚ ਕਦੇ ਕਮੀ ਨਹੀਂ ਆਈ। ਉਹ ਆਪਣੇ ਹੱਥ ਦੇ ਨਾਲ ਕੜਛੀ ਦੇ ਨਾਲ ਪਾਉਂਦੇ ਰਹਿੰਦੇ ਸਨ, ਬਿਨਾਂ ਬਾਲਟੀ ਦੇ ਵਿੱਚ ਦੇਖੇ ਪਾਉਂਦੇ ਰਹਿੰਦੇ ਸਨ। ਇਹ ਚੀਜ਼ਾਂ ਕੋਈ ਕਲਪਨਾ ਮਾਤਰ ਨਹੀਂ ਹਨ ਸਾਧ ਸੰਗਤ। ਇਹਨਾਂ ਚੀਜ਼ਾਂ ਨੂੰ ਆਪ ਜੀ ਨੇ ਵੀ ਆਪਣੀ ਅੱਖਾਂ ਦੇ ਨਾਲ ਦੇਖਿਆ ਹੈ, ਅਹਿਸਾਸ ਕੀਤਾ ਹੈ। ਇਹ ਸੱਚਾਈ। ਇਸੇ ਤਰ੍ਹਾਂ ਹੀ ਸਾਧ ਸੰਗਤ, ਜਦੋਂ ਕੋਈ ਜੀਵ, ਕੋਈ ਪ੍ਰਾਣੀ ਉਹਨਾਂ ਕੋਲ ਆ ਕੇ ਬੈਠਦਾ ਸੀ, ਸੰਸਾਰਿਕ ਕਸ਼ਟਾਂ ਦੀ ਗੱਲ ਕਰਦਾ ਸੀ, ਤਾਂ ਮਾਤਾ ਜੀ ਸਿਮਰਨਾਂ ਦੇ ਦਿੰਦੇ ਸਨ ਕਿ ਭਾਈ ਸਿਮਰਨ ਕੀਤਾ ਕਰੋ, ਇਹ ਹਰ ਰੋਗ ਦਾ ਔਖਦ ਹੈ। ਹਰ ਰੋਗ ਦੀ ਦਵਾਈ ਸਿਮਰਨ ਹੈ। ਸੇਵਾ ਤੇ ਸਿਮਰਨ, ਜਿਸ ਵੀ ਜੀਵ ਨੇ ਆਪਣੇ ਜੀਵਨ ਦਾ ਇੱਕ ਲਕਸ਼ ਬਣਾ ਲਿਆ, ਸਮਝੋ ਉਸ ਦਾ ਜੀਵਨ ਵੀ ਪਾਰ ਹੋਇਆ। ਆਪ ਜਪੈ ਅਵਰਹਿ ਨਾਮ ਜਪਾ। ਜਿਹੜੇ ਆਪ ਨਾਮ ਜਪਦੇ ਹਨ, ਦੂਜਿਆਂ ਨੂੰ ਜਪਾਉਂਦੇ ਹਨ, ਉਹਨਾਂ ਦਾ ਇਹ ਲੋਕ ਵੀ ਸੁਖੀ ਹੈ ਤੇ ਪਰਲੋਕ ਵੀ ਸੁਹੇਲਾ। ਸਾਧ ਸੰਗਤ, ਸਮਾਂ ਮਰਿਆਦਾ ਨੂੰ ਦੇਖਦੇ ਹੋਏ ਮੈਂ ਸਾਰਿਆਂ ਵੱਲੋਂ, ਸਾਰੀ ਸੰਗਤ ਵੱਲੋਂ, ਆਪਣੇ ਵੱਲੋਂ, ਪਰਮ ਪੂਜਨੀਕ ਬਾਬਾ ਜੀ ਵੱਲੋਂ, ਆਏ ਸੰਤ ਮਹਾਂਪੁਰਸ਼ਾਂ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ। ਉਹਨਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦਾ ਹਾਂ। ਅਸੀਂ ਅਰਦਾਸ ਕਰੀਏ ਕਿ ਸਾਨੂੰ ਵੀ ਉਸੇ ਮਾਰਗ ਤੇ ਚੱਲਣ ਦੀ ਵਾਹਿਗੁਰੂ ਸਮਰੱਥਾ ਬਖਸ਼ੇ। ਅਸੀਂ ਵੀ ਸੇਵਾ ਤੇ ਸਿਮਰਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ, ਤਾਂ ਹੀ ਇਸ ਤਰ੍ਹਾਂ ਦੇ ਦਿਹਾੜੇ ਮਨਾਉਣ ਦਾ ਸਾਧ ਸੰਗਤ ਲਾਭ ਹੈ।